ਕੌਮ ਦੀ ਹੁਣ ਜੇ ਆਪਾਂ ਦੇਖੀਏ ਵੀ ਖਿੱਤਾ ਜਿਹੜਾ ਲੈਣਾ ਇਹ ਕੋਈ ਵੱਡੀ ਗੱਲ ਨਹੀਂ ਹੈ, ਜਦੋਂ ਮਰਜ਼ੀ ਖਿੱਤਾ ਲੈ ਲਓ, ਪਰ ਮੇਨ ਇਹ ਹੈ ਜੀ ਵੀ ਉੱਥੇ ਪ੍ਰੋਟੋਟਾਈਪ ਕੋਈ ਮਾਡਲ ਤਾਂ ਦੇਣ ਨਾ ਜੀ ਵੀ ਹਾਊ ਦਾ ਸਿਸਟਮ ਵਿਲ ਬੀ ਐਸਟੈਬਲਿਸ਼ਡ। ਮੰਨ ਲਓ ਉਹਦੇ ਚ ਜਿਹੜਾ ਇਕਨੋਮਿਕ ਸਿਸਟਮ ਹੋਊਗਾ ਉਹ ਕੈਪੀਟਲਿਜ਼ਮ ਹੋਊਗਾ, ਸੋਸ਼ਲਿਜ਼ਮ ਹੋਊਗਾ, ਡੈਮੋਕ੍ਰੈਟਿਕ ਸੋਸ਼ਲਿਜ਼ਮ ਹੋਊਗਾ, ਰਿਲੀਜੀਅਸ ਹੋਊਗਾ, ਕੀ ਹੋਊਗਾ? ਕਿਉਂਕਿ ਜਿਹੜੇ ਵੈਸਟ ਦੇ ਮੁਲਕਾਂ ਚ ਜਿਹੜੀ ਲੋਕਲ ਗਵਰਨਮੈਂਟ ਹੈ, ਕਾਉਂਟੀ ਗਵਰਨਮੈਂਟ ਹੈ, ਸਟੇਟ ਗਵਰਨਮੈਂਟ ਹੈ, ਫੈਡਰਲ ਗਵਰਨਮੈਂਟ ਹੈ, ਆਲ ਆਰ ਆਟੋਨਮਸ। ਕਿਤੇ ਨਾ ਕਿਤੇ ਛੋਟਾ ਸ਼ਹਿਰ ਵਸਾ ਕੇ ਦੱਸਣ ਤਾਂ ਸਹੀ ਨਾ ਜੀ ਵੀ ਆਹ ਸਾਡਾ ਮਾਡਲ ਹੈ ਤੇ ਇਟ ਵਿਲ ਰਨ ਸਕਸੈਸਫੁਲੀ। ਨਹੀਂ, ਸ਼ਹਿਰ ਨੂੰ ਛੱਡਣ ਜੀ, ਇਹ ਦੱਸ ਦੇਣ ਵੀ ਦੁਨੀਆ ਦੇ ਕਿਹੜੇ ਕਿਹੜੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਉੱਥੇ ਦੇ ਸੰਵਿਧਾਨ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਨਾਲ, ਸਿੱਖ ਕੌਮ ਦੇ ਇਤਿਹਾਸ ਦੇ ਨਾਲ ਫੇਰ ਕਰਕੇ ਵਧੀਆ ਤਰੀਕੇ ਨਾਲ ਮੈਨੇਜ ਕਰ ਰਹੀ ਆ। ਯੈਸ, ਕੋਈ ਛੋਟੇ ਮੋਟੇ ਇਵੈਂਟ ਮੈਨੇਜ ਕਰ ਲੈਣ ਇਹ। ਹਾਂਜੀ, ਜਦੋਂ ਕੋਈ ਦੁਨੀਆ ਦੇ ਉੱਤੇ ਘਟਨਾ ਵਾਪਰਦੀ ਆ ਸਾਨੂੰ ਸਭ ਤੋਂ ਪਹਿਲਾਂ ਲੰਗਰ ਲਾਉਣ ਦੀ ਫਿਕਰ ਪੈ ਜਾਂਦੀ ਵੀ ਲੰਗਰ ਲਾਉਣਾ ਅਸੀਂ। ਇਹ ਵੀ ਜੇ ਤੁਸੀਂ ਮੰਨ ਲਓ ਪਹਿਲਾਂ ਪੰਜਾਬ 'ਚ ਜਿਹੜਾ ਰਾਧਾ ਸੁਆਮੀ ਐਸਟੈਬਲਿਸ਼ ਹੋਇਆ, ਸਭ ਤੋਂ ਪਹਿਲਾਂ ਉੱਥੇ ਇਹ ਹੁੰਦਾ ਸੀ ਜੀ ਵੀ 1.25 ਰੁਪਏ 'ਚ ਥਾਲੀ ਮਿਲਦੀ ਹੈ ਤੇ ਉੱਥੇ ਖਾਣ ਨੂੰ ਬਹੁਤ ਕੁਛ ਹੈ ਜੀ। ਨਾ ਇੱਕ ਚੀਜ਼ ਹੋਰ ਸੀ ਨਾਲ, ਹਾਂਜੀ, ਦੋ ਗੱਲਾਂ ਏਦਾਂ ਕਹਿੰਦੇ ਹੁੰਦੇ ਸੀ ਵੀ ਇੱਕ ਤਾਂ 1.25 ਰੁਪਏ 'ਚ ਥਾਲੀ ਆ, ਹਾਂਜੀ, ਤੇ ਏਦਾਂ ਬਾਂਹ ਕਰਕੇ ਕਹਿੰਦੇ ਹੁੰਦੇ ਸੀ ਐਡਾ ਗਲਾਸ ਲੱਸੀ ਦਾ ਮਿਲਦਾ। ਹਾਂਜੀ, ਅੱਛਾ, ਫਿਰ ਟੋਲਟਾ ਸਾਫ਼ ਬਹੁਤ ਆ। ਹਾਂਜੀ, ਬੰਦਾ ਕਹਿੰਦਾ ਸੀ ਵੀ ਦੋਏ ਕੰਮ ਰਹਿ ਗਿਆ ਵੀ ਖਾ ਲਿਆ ਤਾਂ ਹੱਗ ਲਿਆ, ਮਤਲਬ। ਪਰ ਜੇ ਤੁਸੀਂ ਪੰਜਾਬ ਦਾ ਕਲਚਰ ਪੜ੍ਹ ਕੇ ਦੇਖੋ ਜੀ, ਇਦੋਂ ਵੱਧ ਹੈ ਵੀ ਕੁਛ ਨਹੀਂ, ਕਿਉਂਕਿ ਜਿਹੜੀ ਆਪਾਂ ਗੱਲ ਕਹਿੰਦੇ ਆ ਵੀ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਤੇ ਜਾਂ ਮੰਨ ਲਓ ਸੱਸੇ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਫਾਈ ਜਾਣੀ। ਖਾਣ ਪੀਣ ਦਾ ਹੀ ਪ੍ਰੋਬਲਮ ਸੀ ਕਿ ਇੰਨਾ ਹੈ ਹੀ ਨਹੀਂ ਸੀਗਾ। ਤੁਸੀਂ ਵੀ ਦੇਖਿਆ ਹੋਣਾ ਵੀ ਲੋਹੜੀ ਦੀਵਾਲੀ ਨੂੰ ਲੱਡੂ ਜਲੇਬੀਆਂ ਮਿਲਦੇ ਸੀਗੇ। ਨਹੀਂ ਜੀ, ਮੈਂ ਨਾ ਜਦੋਂ ਪਹਿਲੀ ਵਾਰ ਪੜ੍ਹਿਆ ਵੀ ਸਿੱਖਾਂ ਦੇ ਵਿੱਚ ਜਿਹੜੀ ਬਹੁ ਗਿਣਤੀ ਆ ਨਾ, ਉਹਦਾ ਜੀਵਨ ਆ ਇੱਥੋਂ ਆ ਮੂੰਹ ਆ ਨਾ ਸਾਡਾ, ਹਾਂਜੀ, ਇਹ ਤੋਂ ਥੱਲੇ ਥੱਲੇ ਗੁਜ਼ਰਦਾ। ਹਾਂਜੀ, ਵੀ ਖਾ ਲੈਂਦੇ ਆ, ਬਾਕੀ ਦੌੜ ਭੱਜ ਕਰ ਲੈਂਦੇ ਆ। ਇਹ ਨੌਕਰ ਹੋ ਸਕਦੇ, ਗੁਲਾਮ ਹੋ ਸਕਦੇ ਆ, ਇਹ ਗਦਾਰ ਹੋ ਸਕਦੇ ਆ। ਹਾਂਜੀ, ਜਦੋਂ ਅੱਗੇ ਵੱਧਦੇ ਆ ਨਾ ਤਾਂ ਆਪਣਿਆਂ ਨੂੰ ਠਿੱਬੀਆਂ ਦੇ ਦੇ ਕੇ ਵੱਧਦੇ ਆ। ਹਾਂਜੀ, ਜਿਹੜੇ ਕੰਮਾਂ ਤੋਂ, ਜਿਹੜੇ ਖਿੱਤਿਆਂ ਵਿੱਚ ਸਾਡੇ ਬੰਦਿਆਂ ਨੇ ਧੋਖਾ ਖਾਦਾ ਹੁੰਦਾ, ਲੁੱਟ ਹੋਏ ਹੁੰਦੇ ਆ, ਜਦੋਂ ਉਹਨਾਂ ਦਾ ਬਸ ਚੱਲਦਾ ਉਹੀ ਆਪ ਕਰਦੇ ਆ। ਹਾਂਜੀ, ਆਪ ਤੋਂ ਜਿਹੜੇ ਅੱਗੇ ਹੁੰਦੇ ਆ ਨਾ, ਜਿਹੜੇ ਇਹਨਾਂ ਨੂੰ ਅੱਗੇ ਲੈ ਕੇ ਜਾਂਦੇ, ਉਹਨਾਂ ਦੇ ਪ੍ਰਤੀ ਸਤਿਕਾਰ ਦੀ ਭਾਵਨਾ 'ਚ ਨਹੀਂ ਕਦੇ ਵੀ ਹੁੰਦੇ। ਇਹ ਨਹੀਂ, ਉਹ ਨਹੀਂ ਹੁੰਦਾ ਜੀ। ਆਪ ਤੋਂ ਪਿਛਲਿਆਂ ਨੂੰ ਅੱਗੇ ਵਧਾਉਣ ਦੇ ਲਈ ਕੋਈ ਟ੍ਰੇਨਿੰਗ, ਕੋਈ ਕੋਚਿੰਗ ਨਹੀਂ ਦਿੰਦੇ। ਇਹ ਉਹਨਾਂ ਦੇ ਰਾਹ 'ਚ ਬੈਰੀਅਰ ਖੜਾ ਕਰਦੇ ਆ। ਹਾਂਜੀ, ਦੂਜੇ ਨੂੰ ਵੱਧਦਾ ਦੇਖ ਕੇ ਕਦੇ ਖੁਸ਼ੀ ਨਹੀਂ ਹੁੰਦੀ। ਇਹ ਆਪ ਤੋਂ ਅੱਗੇ ਵਧਿਆਂ ਦੇ ਨਾਲ ਈਰਖਾ ਕਰਦੇ ਆ। ਹਾਂਜੀ, ਤੇ ਜਦੋਂ ਉਹਨਾਂ ਨਾਲ ਮਾੜਾ ਹੁੰਦਾ ਫਿਰ ਉਹਨਾਂ ਦੀ ਪੇਨ ਇੰਜੋਏ ਕਰਦੇ ਆ। ਜਿਹੜਾ ਇਹ ਬੋਲਦੇ ਆ ਨਾ, ਉਹ ਸਾਰਾ ਕੁਝ ਢਿੱਡ ਵਿੱਚੋਂ ਨਿਕਲਦਾ। ਹਾਂਜੀ, ਜਜ਼ਬਾਤੀ ਹੋ ਕੇ ਜੀਂਦੇ ਆ। ਬਸ ਆ ਜਿਹੜਾ ਉਤਲਾ ਪਾਸਾ ਹੈ ਨਾ, ਇੱਕ ਕਬੀਰ ਜੀ ਦੀ ਪੰਕਤੀ ਆ, ਅਸਮਾਨ ਮਿਹਾਨੇ ਲਹੰਗ ਦਰਿਆ, ਹਾਂਜੀ, ਗੁਸਲ ਕਰਦਨ ਬੂਦ। ਹਾਂਜੀ, ਗੁਸਲ ਨਹਾਉਣਾ ਜਿਹੜਾ ਆ, ਵੀ ਜੇ ਤੂੰ ਗੱਲ ਕਰਦਾ ਨਹਾਉਣ ਦੀ, ਇਸ਼ਨਾਨ ਦੀ, ਆ ਜਿਹੜਾ ਤੇਰਾ ਅਸਮਾਨ, ਸਰੀਰ ਦਾ ਅਸਮਾਨ ਆ ਜਿਹੜਾ ਸਿਰ, ਹਾਂਜੀ, ਇਹਦੇ ਚ ਜਿਹੜਾ ਦਰਿਆ ਲੰਘਦਾ, ਕਦੇ ਉਹਦੇ ਚ ਵੀ ਨਹਾਤਾ ਤੇ ਹਾਂਜੀ, ਹਾਂਜੀ, ਉਹਦੇ ਚ ਵੀ ਇਸ਼ਨਾਨ ਕਰ ਲਿਆ ਕਰ। ਜਾਣੀ ਸੋਚ ਕੇ ਕਦੇ ਜਿਹੜੀ ਸ਼ਬਦਾਵਲੀ ਆ ਸਾਡੀ, ਉਹ ਹਮੇਸ਼ਾ ਕਰਨੇ ਵਾਲੀ ਹੁੰਦੀ ਆ। ਵੀ ਠੋਕ ਦਿਆਂਗੇ, ਫੱਟੇ ਚੱਕ ਦਿਆਂਗੇ, ਕਦੇ ਨਹੀਂ, ਅਸੀਂ ਕਦੇ ਨਹੀਂ ਸਾਡੀ ਸ਼ਬਦਾਵਲੀ ਚ ਆਇਆ ਵੀ ਸੋਚਾਂਗੇ, ਵਿਚਾਰਾਂਗੇ। ਹਾਂਜੀ, ਠੀਕ ਹੈ। ਉਹ ਗੱਲਾਂ ਜਿਹੜੀਆਂ ਸਾਨੂੰ ਸਾਰਾ ਕੁਛ ਇਸ ਪਾਸੇ ਨੂੰ ਧੱਕ ਰਹੀਆਂ ਆ ਵੀ ਅਗਲੇ ਜਿਹੜੇ ਕਰਨੇ ਵਾਲੇ ਨਾ, ਉਹ ਵੀ ਇਦਾਂ ਕਰਦੇ ਆ। ਜਦੋਂ ਗੁਰਮੀਤ ਰਾਮ ਰਹੀਮੀਆਂ ਦੇਖ ਲਓ, ਹਾਂਜੀ, ਉਹਦਾ ਡੇਰਾ ਬਣਿਆ ਆ, ਉੱਥੇ ਟੈਕਨੀਕ ਕੀ ਦਿੱਤੀ ਗਈ ਆ, ਉਹਨੂੰ ਕੰਮ ਦੇ ਦਿੱਤੇ ਗਏ ਆ। ਹਾਂਜੀ, ਵੀ ਹੁਣ ਆਪਣੇ ਕਿੰਨੀ ਤਰ੍ਹਾਂ ਦੇ ਬਿਜ਼ਨਸ ਚਲਾ ਲੈ, ਪਤਾ ਆ ਵੀ ਇਹ ਲੋਕਾਂ ਨੂੰ ਕੰਮ ਤੇ ਲਾ ਲਓ ਤੁਸੀਂ। ਹਾਂਜੀ,
ਹੁਣ ਲੰਗਰ ਬਣਾਉਣ 'ਚ ਵੀ ਅਸੀਂ ਤਾਂ ਹੀ ਮਾਰ ਆ ਨਾ ਫਟਾਫਟ, ਉੱਥੇ ਕੋਈ ਦਿਮਾਗ ਨਹੀਂ ਵਰਤਣਾ ਪੈਣਾ, ਹਾਂਜੀ ਬਸ ਖਾ ਲਓ, ਜਾਂ ਬਣਾ ਲਓ ਤੇ ਵਰਤਾ ਲਓ ਤੇ ਖਾ ਲਓ। ਹਾਂਜੀ ਹੁਣ ਜਦੋਂ ਜਿਹੜੀਆਂ ਸਮੱਸਿਆਵਾਂ ਆ ਉਹਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਸਾਰਿਆਂ ਦਾ ਕੰਮ ਆ, ਪਰ ਕੌਮੀ ਤੌਰ ਤੇ ਕੋਈ ਨਾ ਕੋਈ ਹਰੇਕ ਸੰਸਥਾ ਦੇ ਵਿੱਚ ਥਿੰਕਿੰਗ ਟੈਕ ਜਿਹੜਾ ਆ ਉਹ ਚਾਹੀਦਾ ਵੀ ਕੰਟਰੀ ਦੇ ਵਿੱਚ ਮੰਨ ਲਓ 200 ਗੁਰਦੁਆਰਾ ਆ, ਉਹ ਚੋਂ 20 ਗੁਰਦੁਆਰੇ ਤਾਂ ਹੁਣ ਜਿਹਦੇ ਵਿੱਚ ਇਦਾਂ ਹੋਵੇ ਵੀ ਭਾਈ ਆਏ ਬੰਦੇ ਸਾਡੇ, ਹਾਂ ਠੀਕ ਹੈ ਹੁਣ ਸਮੱਸਿਆ ਆਈ ਆ ਵੀ ਇਹਦੇ ਉੱਤੇ ਆ ਕਮੇਟੀ ਬਣੇ, ਚਲੋ 5 ਜਣੇ ਲਓ ਜੀ, ਤੁਸੀਂ ਸੋਚੋ ਵੀ ਕਿੱਦਾਂ ਕਰਨੀ ਆ। ਹਾਂਜੀ ਵੀ ਅਮਰੀਕਾ ਆ ਜਾਂ ਕੈਨੇਡਾ ਆ ਵੀ ਚਲੋ ਜੀ ਆ ਕੋਈ ਕਿਤੇ ਤਾਂ ਕੋਈ ਪਲਾਨ ਦੇਣ ਪੇ ਭਾਈ ਆਪਾਂ ਪੈਸਾ ਏਦਾਂ ਨਾ ਭੇਜੀਏ, ਇਹਨੂੰ ਇਸ ਤਰੀਕੇ ਨਾਲ ਵੀ ਜੇ ਹੁਣ ਸਾਡੇ ਕੋਲ ਹੁਣ ਅਮਰੀਕਾ ਕੈਨੇਡਾ ਦੇ ਵਿੱਚ ਆ ਮੰਨ ਲਓ 200 ਟਰੱਕ ਵੀ ਹੈਗੇ ਲੋਕਾਂ ਕੋਲ, ਹਾਂਜੀ ਵੀ ਕੋਈ ਬੰਦਾ ਕਹੇ ਵੀ ਆਪਾਂ ਦੇਖੋ ਹਰੇਕ ਵਾਰੀ ਅਸੀਂ ਗੱਲ ਕਰਦੇ ਵੀ ਪੰਜਾਬ 'ਚ ਮੰਡੀਆਂ ਦੇ ਭਾਅ ਜਿਹੜੇ ਆ ਆਪਣੇ ਫਸਲਾਂ ਦੇ ਭਾਅ ਠੀਕ ਨਹੀਂ ਮਿਲਦੇ, ਹਾਂਜੀ ਹਾਂਜੀ ਵੀ ਆਪਾਂ ਦੀਆਂ ਇੰਨੀਆਂ ਟਰੱਕ ਕੰਪਨੀਆਂ ਸਾਡੀਆਂ ਵੀ ਅਸੀਂ ਕੋਈ ਨਾ ਕੋਈ ਇੱਕ ਟਰਾਂਸਪੋਰਟੇਸ਼ਨ ਜਿਹੜੀ ਪੰਜਾਬ ਵਿੱਚ ਐਸਟੈਬਲਿਸ਼ ਕਰੀਏ ਇਕੱਠੇ ਹੋ ਕੇ, ਹਾਂਜੀ ਹਾਂਜੀ ਵੀ ਬਾਹਰਲੀ ਸਟੇਟ ਦੇ ਨਾਲ ਜਾਂ ਕਿਸੇ ਬਾਹਰਲੇ ਕੰਟਰੀ ਨਾਲ ਕੋਈ ਬੰਦਾ ਗੱਲ ਕਰੇ, ਸਰਕਾਰ ਤੇ ਅਪਰੋਚ ਕਰੇ ਵੀ ਦੇਖੋ ਜੀ ਅਸੀਂ 200 ਕਰੋੜ ਇੱਥੇ ਇਨਵੈਸਟ ਕਰਨੇ ਨੂੰ ਤਿਆਰ ਆ, ਹਾਂਜੀ ਵੀ ਜਿਹੜੀ ਫਸਲ ਆ ਸਾਰੀ ਦੀ ਸਾਰੀ ਉਹ ਦੁਬਈ ਆ ਜਾਂ ਫਲਾਨਾ ਕੋਈ ਕੰਟਰੀ ਆ, ਵੀ ਉੱਥੇ ਲਿਜਾ ਕੇ ਕੋਈ ਬੰਦਾ ਇਕੱਠੀ ਖਰੀਦ ਲਊਗਾ, ਵੀ ਜਾਂ ਪੰਜਾਬ ਦੇ ਵਿੱਚ ਇਦਾਂ ਦੀ ਸਬਜ਼ੀ ਵਧੀਆ ਹੋ ਸਕਦੀ ਆ, ਇਹਨੂੰ ਫਲਾਨੀ ਸਟੇਟ 'ਚ ਪਜਾਇਆ ਜਾ ਸਕਦਾ ਆ, ਜਾਂ ਆਹ ਫਸਲ ਹੋ ਸਕਦੀ। ਹੁਣ ਤੇਲ ਕੱਢਣੇ ਵਾਲੀਆਂ ਫਸਲਾਂ ਆ, ਹਾਂਜੀ ਹਾਂਜੀ ਸਰੋਂ ਆ, ਹੋਰ ਕਿੰਨੀਆਂ ਆ, ਵੀ ਇਦਾਂ ਦੀ ਫਸਲ ਹੋਵੇ ਉੱਥੇ ਕੋਲੂ ਲਾਏ ਜਾਣ, ਉਹ ਪ੍ਰੋਡਕਟ ਆ ਜਿਹੜੀ ਪੈਕਿੰਗ ਕੀਤੀ ਜਾਵੇ, ਦੁਨੀਆ ਦੇ ਜਿਹੜੇ ਮੁਲਕ, ਇੱਥੇ ਨਿਊਜ਼ੀਲੈਂਡ ਤੋਂ ਕੀਵੀ ਆ ਸਿੱਧਾ ਜਾਪਾਨ ਨੂੰ ਜਾਂਦਾ, ਹਾਂਜੀ ਹਾਂਜੀ ਜਿਹੜੀ ਇਦਾਂ ਦੀ ਫਸਲ ਆ, ਬਹੁਤ ਸਾਰੀਆਂ ਫਸਲਾਂ ਆ। ਹੁਣ ਮੀਟ ਆ, ਇੱਥੋਂ ਪਨੀਰ, ਆਪਣੇ ਦੁੱਧ ਦਾ ਸਮਾਨ ਆ ਜਿਹੜਾ ਪਨੀਰ ਆ, ਬਟਰ ਆ, ਕਿੰਨਾ ਕੁਛ ਬਣਦਾ, ਉਹ ਦੁਨੀਆ ਦੇ ਕਿੰਨੇ ਮੁਲਕਾਂ ਇੱਥੋਂ ਚੱਕ ਲੈਂਦੀਆਂ ਕੰਪਨੀਆਂ। ਪਰ ਉਹਦੇ ਚ ਉਹਨਾਂ ਨੂੰ ਹੋਰ ਪ੍ਰੋਬਲਮ ਆਊਗੀ ਨੇ ਵੀ ਜਿਹੜਾ ਰਿਲੀਜੀਅਸ ਆਰਗੇਨਾਈਜੇਸ਼ਨ ਹੈ ਤੇ ਪੋਲੀਟੀਕਲ ਆਰਗੇਨਾਈਜੇਸ਼ਨਸ ਨੇ ਉਹ ਡਿਸਫੰਕਸ਼ਨਲ ਸਿਸਟਮ ਚਾਹੁੰਦੀਆਂ ਨੇ, ਕਿਉਂਕਿ ਉਸੇ ਕਰਕੇ ਉਹ ਆਪਣਾ ਜਿਹੜਾ ਕੈਡਰ ਰਿਕਰੂਟ ਕਰ ਸਕਦੀਆਂ ਨੇ, ਅਦਰਵਾਈਜ਼ ਫਿਰ ਉਹਨਾਂ ਦਾ ਕੈਡਰ ਨਹੀਂ ਰਿਕਰੂਟ ਹੋਣਾ ਜੀ। ਨਹੀਂ, ਜਦੋਂ ਨਾ ਸਾਡੇ ਧਰਮ ਦੇ ਵਿੱਚ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਦੇਖਦੇ ਆ ਨਾ, ਹਾਂਜੀ ਇਮਾਨਦਾਰੀ ਨਾਲ ਭਗਤਾਂ ਨੂੰ ਵੀ ਪੜ੍ਹ ਕੇ ਦੇਖ ਲਿਓ। ਹਾਂਜੀ ਹੁਣ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਉੱਥੇ ਕਿਤੇ ਕੋਈ ਇਦਾਂ ਦੀ ਜਥੇਬੰਦੀ ਨਹੀਂ ਬਣੀ ਹੋ ਹੈਗੀ ਵੀ ਆਹ ਸਾਡਾ ਪੋਲੀਟੀਕਲ ਬੁਲਾਰਾ ਆ, ਹਾਂਜੀ ਆਹ ਧਾਰਮਿਕ ਬੁਲਾਰਾ ਆ, ਯੈਸ ਆਹ ਸਮਾਜ ਸੇਵਾ ਦਾ ਕੰਮ ਕਰੂਗਾ, ਆਹ ਪਰਿਵਾਰਾਂ ਦੀ ਲੁੱਕ ਆਫਟਰ ਕਰੂਗਾ। ਇੱਕੋ ਹੀ ਥਾਂ ਤੇ ਆ, ਯੈਸ ਕਿਉਂਕਿ ਹੈਗਾ ਹੀ ਇੱਕ ਆ। ਹਾਂਜੀ ਹੁਣ ਅਸੀਂ ਆ, ਮੈਂ ਬਾਪ ਵੀ ਆ, ਮੈਂ ਪਤੀ ਵੀ ਆ, ਮੈਂ ਕਿਸੇ ਦਾ ਪੁੱਤਰ ਵੀ ਆ, ਮੈਂ ਭਰਾ ਵੀ ਆ, ਹਾਂਜੀ ਮੈਂ ਕੰਮ ਤੇ ਨੌਕਰ ਵੀ ਆ, ਹਾਂਜੀ ਕਿਸੇ ਦਾ ਦੋਸਤ ਵੀ ਆ, ਗੁਰਦੁਆਰੇ ਆ ਕੇ ਮੈਂ ਪਾਠ ਵੀ ਕਰ ਲੈਣਾ, ਰੇਡੀਓ ਤੇ ਬੋਲ ਲੈਣਾ, ਪੋਲੀਟੀਕਲੀ ਵੀ ਕੰਮ ਕਰ ਲਈਦੀ, ਇੱਕੋ ਹੀ ਜਣਾ ਆ ਨਾ। ਯੈਸ ਸਾਡੇ ਧਰਮ ਦੇ ਵਿੱਚ ਇਹ ਬਹੁਤ ਵੱਡਾ ਕੋਡ ਆ ਸਾਨੂੰ ਲੱਗਾ ਜਦੋਂ ਅਸੀਂ ਇਹ ਕਹਿ ਦਿੱਤਾ ਕਿ ਰਾਜਨੀਤੀ ਧਰਮ ਦੇ ਅੰਡਰ ਆ, ਯੈਸ ਜਦ ਕਿ ਰਾਜਨੀਤੀ ਆਪਣੇ ਆਪ 'ਚ ਕੁਝ ਵੀ ਵੱਖਰੀ ਨਹੀਂ ਹੈਗੀ। ਸਮੇਂ ਦੀ ਲੋੜ ਆ, ਨੀਤੀ ਪਾਲਿਸੀ ਜਿਹੜੀ ਆ ਉਹਦੀ ਸਮਝ ਆਉਣੀ ਚਾਹੀਦੀ ਤੁਹਾਨੂੰ। ਯੈਸ ਜੇ ਤੁਸੀਂ ਪਾਲਿਸੀ ਮੇਕਰ ਨਹੀਂ ਹੈਗੇ ਜਾਂ ਪਾਲਿਸੀ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ ਤੇ ਤੁਸੀਂ ਸਫਲ ਕਿੱਦਾਂ ਹੋ ਜਾਓਗੇ? ਤੁਸੀਂ ਘਰ ਨੂੰ ਧੋਣ ਵੀ ਲੱਗੇ ਆ ਨਾ, ਤੁਸੀਂ ਘਰ ਦੇ ਵਿੱਚ ਜਾ ਕੇ ਕੋਈ ਬੰਦਾ ਰੱਖਦੇ ਆ, ਗਰੋਸਰੀ ਲੈ ਕੇ ਆਉਨੇ ਆ, ਉਹਦੇ ਲਈ ਵੀ ਤੁਹਾਨੂੰ ਕੋਈ ਪਾਲਿਸੀ ਬਣਾਉਣੀ ਪੈਂਦੀ ਆ। ਹਾਂਜੀ ਉਹੀ ਤਾਂ ਹੈਗੇ, ਇਹਨੂੰ ਅਸੀਂ ਵੱਖਰਾ ਕਦੇ ਕਰ ਦਿੱਤਾ। ਯੈਸ ਜੇ ਇੰਨੀ ਚੀਜ਼ ਸਮਝੀ ਹੁੰਦੀ ਤਾਂ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੇ ਬਾਹਰ ਬੰਦੇ ਆ ਗਏ ਆ, ਉਹਨੇ ਸਿਸਟਮ ਨੂੰ ਵੀ ਦੇਖ ਲਿਆ, ਸਰਕਾਰਾਂ ਨੂੰ ਵੀ ਦੇਖ ਲਿਆ, ਉਹ ਕਰਕੇ ਇੰਨੇ ਸਾਲ 84 ਵਾਪਰੇ ਨੂੰ 36 ਸਾਲ ਹੋ ਗਏ ਅੱਜ। ਹਾਂਜੀ ਹੁਣ ਇੰਨਾ ਪੈਸਾ ਲੋਕਾਂ ਦੇ ਕੋਲ, ਦਦਾਰ ਸਿੰਘ ਬੈਂਸ ਵਰਗਿਆਂ ਦੇ ਕੋਲ, ਹਾਂਜੀ ਕਿੰਨੇ ਹਜ਼ਾਰ ਏਕੜ ਦਾ ਫਾਰਮ ਹੋਊਗਾ? ਮੈਂ ਕਹਿੰਦਾ 20-30 ਹਜ਼ਾਰ ਤਾਂ ਹੋਣਾ ਆਰਾਮ ਨਾਲ ਜੀ। ਹੁਣ 100 ਪੈਟਰੋਲ, ਅਸੀਂ ਤਾਂ ਸਾਡਾ ਤਾਂ ਸਿਰ ਚਕਰਾ ਜਾਂਦਾ ਸੀ ਜਦੋਂ ਪਤਾ ਲੱਗਦਾ ਸੀ ਇਸ ਬੰਦੇ ਕੋਲ 150 ਪੈਟਰੋਲ ਪੰਪ ਆ ਜੀ। ਇੰਨੇ ਹਜ਼ਾਰ ਏਕੜ ਜਹਾਜ਼ ਆ ਘਰ ਦੇ। ਉਹ ਬੰਦੇ ਕਦੇ ਜਥੇਦਾਰਾਂ ਨੂੰ ਚੱਕੀ ਫਿਰਦੇ ਆ, ਕਦੇ ਪਿੰਡਰਾਂ ਵਾਲੇ ਦੇ ਕੋਲ ਬਹਿ ਜਾਂਦੇ ਜਾ ਕੇ, ਕਦੇ ਬਾਦਲਾਂ ਨੂੰ ਚੱਕੀ ਫਿਰਦੇ ਆ। ਹੁਣ ਜਿਹੜੀ ਅਸੀਂ ਗੱਲ ਜਿਹੜੀ
ਹੈਗੀ ਆ ਕੌਮੀ ਤੌਰ ਤੇ ਸਾਡੇ ਕੋਲ ਦੇਸ਼ ਨਹੀਂ ਹੈਗਾ ਆਪਣਾ, ਸਮਝ ਪੈ ਗਈ ਆ। ਪਰ ਅਸੀਂ ਜਿਨ੍ਹਾਂ ਦੇਸ਼ਾਂ 'ਚ ਰਹਿੰਦੇ ਆ ਉਹਨਾਂ ਨੂੰ ਸਮਝ ਕੇ ਕੌਮੀ ਤੌਰ ਤੇ, ਆਪਣੀ ਨੇਸ਼ਨ ਦੇ ਤੌਰ ਤੇ, ਆਪਣੇ ਭਾਈਚਾਰੇ ਦੇ ਬੰਦਿਆਂ ਨੂੰ ਸਮੁੱਚੇ ਤੌਰ ਤੇ ਉਹਦੇ 'ਚ ਇਹ ਨਹੀਂ ਦਾਨ ਕਾਤੇ ਕਰਦੇ ਆ। ਅਸੀਂ 5 ਲੱਖ ਦਾਨ ਕਰਨ ਦੀ ਬਜਾਏ ਇਹ ਕਿਉਂ ਨਹੀਂ ਕਹਿੰਦੇ ਕਿ 100 ਬੰਦਾ 5-5 ਲੱਖ ਪਾ ਕੇ ਇੱਕ ਕੰਪਨੀ ਚਲਾਈਏ। ਹਾਂਜੀ, ਉਹਦੇ ਵਿੱਚ ਕੰਪਨੀ ਇਹ ਕੰਮ ਕਰੇ, ਉੱਥੇ ਦੇ ਕਿਸਾਨ ਨੂੰ, ਉੱਥੇ ਦੇ ਲੋਕਾਂ ਨੂੰ ਬੈਨੀਫਿਟ ਹੋਵੇ, ਉਹ ਕੰਪਨੀ 'ਚ ਉਹਨਾਂ ਦਾ ਸ਼ੇਅਰ ਹੋਵੇ, ਸਰਕਾਰ ਨੂੰ ਕਹਿਣ, ਅਪਰੋਚ ਕੁਝ ਸਟੈਪ ਤਾਂ ਚੱਕਣ, ਕਹਿਣ ਉਹਨਾਂ ਨੂੰ। ਹਾਂਜੀ ਹਾਂਜੀ, ਤਾਂ ਕਿ ਪਤਾ ਲੱਗੇ ਵੀ ਭਾਈ ਇਹ ਸੋਚ ਗੁਰਦੁਆਰੇ 'ਚ ਦੇਖੋ, ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹ ਕੇ ਕਿੰਨੀ ਵਧੀਆ ਸੋਚ ਨਿਕਲ ਰਹੀ ਆ। ਜਿੰਨੇ ਬੰਦੇ ਪੋਲੀਟੀਕਲ ਜਿਹੜੇ ਕੈਨੇਡਾ ਦੇ MP ਆ, ਹਾਂਜੀ, ਉਹਨਾਂ 'ਚੋਂ ਇੱਕ ਵੀ MP ਦੱਸੋ ਜਿਹਨੂੰ ਤੁਸੀਂ ਇਹ ਕਹਿ ਸਕਦੇ ਆ ਵੀ ਇਹ ਸਿੱਖ ਹੋਣ ਕਰਕੇ ਸਿੱਖਾਂ ਦੀ ਪੜ੍ਹਾਈ ਗੁਰਦੁਆਰੇ 'ਚੋਂ ਨਿਕਲ ਕੇ ਬਣਿਆ ਆ ਇਹ। ਹਾਂਜੀ, ਉਹ ਤਾਂ ਹੁਣ ਜਿਵੇਂ ਕਹਿੰਦੇ ਆਬਸੋਲੀਟ ਹੈ ਨਾ ਇਹ ਸਿਸਟਮ। ਉਹਨਾਂ ਦੇ ਮੁਲਕ ਦੇ ਵਿੱਚ ਰਹਿ ਕੇ ਉੱਥੇ ਦੀ ਪੜ੍ਹਾਈ ਕੀਤੀ ਆ ਉਹਨੀ, ਹਾਂ ਸਬੱਬ ਨਾਲ ਜਾਨੀ ਪੱਗ ਬੰਨਦੇ ਆ ਉਹ। ਹਾਂਜੀ, ਬਾਕੀ ਸਾਰਾ ਕੁਝ ਸਟੇਟ ਨੇ ਕੀਤਾ ਉਹਨਾਂ ਦਾ, ਉੱਥੋਂ ਟ੍ਰੇਨਿੰਗ ਲੈ ਕੇ ਗਏ ਆ ਉਹ। ਹਾਂਜੀ ਹਾਂਜੀ, ਸਾਡੀ ਟ੍ਰੇਨਿੰਗ ਤਾਂ ਗ੍ਰੰਥੀ ਕਥਾਕਾਰ ਆ ਨਾ ਸਾਡੇ ਤਾਂ। ਇਹਨਾਂ ਦੇ ਵਿੱਚੋਂ ਨਿਕਲ ਸਕਦਾ ਕੋਈ ਪੰਥਪ੍ਰੀਤ ਹੁੰਦਾ, ਪ੍ਰੋਫੈਸਰ ਦਰਸ਼ਨ ਸਿੰਘ, ਜਿੰਨੇ ਸਿਆਣੇ ਬੰਦੇ ਆ, ਇਹਨਾਂ ਨੂੰ ਕਹੋ। ਸਾਨੂੰ 3 ਸਾਲ ਹੋ ਗਿਆ ਕਹਿੰਦਿਆਂ ਨੂੰ, ਇਹ 15, 20, 30, 40 ਜਿੰਨੇ ਵਿਦਵਾਨ ਆ ਇਕੱਠੇ ਹੋ ਕੇ ਪਲਾਨ ਬਣਾ ਕੇ ਦੇਣ, ਇਹ ਹੁਕਮ ਕਰ ਦੇਣ, ਅਸੀਂ 2 ਸਾਲ ਲਈ ਰੇਡੀਓ ਬੰਦ ਕਰ ਦਿਆਂਗੇ, ਦੱਸਣ ਵੀ 2 ਸਾਲਾਂ 'ਚ ਆਹ ਸਿੱਟੇ ਕੱਢਾਂਗੇ ਅਸੀਂ। ਹਾਂਜੀ ਹਾਂਜੀ, ਬਸ ਇਹ ਤਾਂ ਇਹ ਚਾਹੁੰਦੇ ਵੀ ਸਾਡੀਆਂ ਟਿਕਟਾਂ ਲਾਈ ਜਾਓ ਬਾਹਰੋਂ, ਅਸੀਂ 2-3 ਦਿਨ ਲਈ ਜਾਈਏ ਜਹਾਜ਼ੇ ਚੜ੍ਹ ਕੇ, ਉੱਥੇ ਕਰਕੇ 5-7 ਹਜ਼ਾਰ ਡਾਲਰ ਜੇਬ 'ਚ ਪਾ ਕੇ ਆ ਜਾਈਏ ਘਰ ਨੂੰ, ਘਸਿਆ ਪਿਟਿਆ ਅਖਬਾਰਾਂ 'ਚ ਕਿਤਾਬਾਂ 'ਚੋਂ ਚੱਕ ਕੇ ਥੋੜੀਆਂ ਡੇਟਾਂ ਸਨ ਦੱਸ ਕੇ ਉੱਥੇ ਬੋਲ ਕੇ ਇਹਨੂੰ ਸੈਮੀਨਾਰ ਕਹਿ ਕੇ ਮੁੜ ਆਈਏ ਅਸੀਂ ਬਸ। ਹਾਲੇ ਤਾਂ ਕੋਈ ਨਹੀਂ ਦੇ ਰਿਹਾ ਨਾ ਜੀ। ਮਤਲਬ ਹਰ ਇੱਕ ਚੀਜ਼ ਨੂੰ, ਜਿਹੜੀ ਮੈਜ਼ਰੇਬਲ ਚੀਜ਼ ਹੈ ਉਹਨੂੰ ਅਨਮੈਜ਼ਰੇਬਲ ਏਰੀਏ 'ਚ ਲਿਜਾ ਕੇ ਮਤਲਬ ਉਹਨੂੰ ਗੋਲਮੋਲ ਕਰੀ ਜਾਂਦੇ ਆ ਜੀ। ਹੁਣ ਖਾਲਿਸਤਾਨ ਦੀ ਗੱਲ ਕਰਨ ਵਾਲੇ ਕਿੰਨੇ ਬੰਦੇ ਆ, ਗੁਰਮੇਜ ਸਿੰਘ ਗਿੱਲ ਵਰਗੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਬਣਾ ਰੱਖੀ ਸੀ, ਜਗਜੀਤ ਸਿੰਘ ਚੌਹਾਨ ਰਿਹਾ ਉੱਥੇ। ਹਾਂਜੀ ਹਾਂਜੀ, ਦਦਾਰ ਸਿੰਘ ਔਲਖ ਹੁਣੀ ਆ, ਦਦਾਰ ਸਿੰਘ ਬੈਂਸ ਹੁਣੀ ਆ, ਹੁਣ ਪੰਨੂ ਹੁਣੀ ਲੱਗੇ ਹੋ ਆ। ਹਾਂਜੀ, ਕੈਨੇਡਾ ਦੇ ਵਿੱਚ ਕਿੰਨੇ ਵੱਡੇ ਗੁਰਦੁਆਰੇ ਆ, ਉਹਨਾਂ ਦਾ ਬਿਲੀਅਨਾਂ ਦਾ ਬਿਜ਼ਨਸ ਆ, ਉਹਨਾਂ ਦਾ ਆਪਣਾ ਬਜਟ ਆ ਸਾਲ ਦਾ। ਪਰ ਇੰਨੇ ਸਾਲਾਂ ਦੇ ਵਿੱਚ ਖਾਲਿਸਤਾਨ ਦੀ ਗੱਲ ਤਾਂ ਕਰ ਰਹੇ ਆ, ਕਿਸੇ ਛੋਟੀ ਸੰਸਥਾ ਤੋਂ, ਛੋਟੀ ਕੰਪਨੀ ਤੋਂ, ਕੋਈ ਇਦਾਂ ਦੀ ਥਾਂ ਤੋਂ ਸ਼ੁਰੂ ਕਿਉਂ ਨਹੀਂ ਕਰ ਰਿਹਾ ਵੀ ਅਸੀਂ ਪੰਜਾਬ ਦੇ ਵਿੱਚ ਆਹ ਚੀਜ਼ ਦੀ ਘਾਟ ਆ, ਉਹਨੂੰ ਪਹੁੰਚਾਉਣ ਦਾ ਪ੍ਰਬੰਧ ਕਰੀਏ। ਹਾਂਜੀ, ਆਹ ਚੀਜ਼ ਉੱਥੇ ਜ਼ਿਆਦੇ ਆ, ਉਹਨੂੰ ਉੱਥੋਂ ਖਰੀਦ ਕੇ ਬਾਹਰ ਲਿਆਉਣ ਦਾ ਪ੍ਰਬੰਧ ਕਰੀਏ। ਹਾਂਜੀ, ਕਿਹੜੀ ਸਰਕਾਰ ਆ ਜਿਹੜੀ ਉਹ ਤੋਂ ਇਨਕਾਰ ਕਰ ਸਕਦੀ ਆ ਉਹਨਾਂ ਨੂੰ? ਦੁਨੀਆ ਜਲੂਸ ਕੱਢ ਕੇ ਰੱਖ ਸਕਦੇ ਆ ਇਹ। ਹਾਂਜੀ, ਪਰ ਉਹਦੇ 'ਚ ਫਿਰ ਉਹਨਾਂ ਦੀ ਪਰਫਾਰਮੈਂਸ ਮੈਜ਼ਰਮੈਂਟ ਹੋਊਗੀ ਨਾ ਜੀ। ਤੇ ਪੰਜਾਬ ਦੇ ਵਿੱਚ ਬਾਦਲਾਂ ਨੂੰ ਅਸੀਂ 10,000 ਕਰੋੜ ਦਾ ਬਿਜ਼ਨਸ ਦੇ ਰਹੇ ਸੀ, ਇੰਨਾ ਪੈਸਾ ਸਾਡੇ ਕੋਲ ਇਕੱਠਾ ਹੋਇਆ ਆ, ਇੰਨੀ ਜ਼ਮੀਨ ਆ, ਉਹ ਵੀ ਸਾਡੇ ਬੰਦੇ ਦੇ ਰਹੇ ਆ, ਏਦਾਂ ਦਾ ਪਲਾਂਟ ਸੀਗਾ, ਉਹਦੇ ਨਾਲ ਆਹ ਫਾਇਦਾ ਹੋਣਾ ਸੀ। ਹਾਂਜੀ, 5 ਲੱਖ ਪਾਪੂਲੇਸ਼ਨ ਅਸੀਂ ਅਮਰੀਕਾ 'ਚ ਕਹਿੰਦੇ, ਇੰਨੀ ਕੈਨੇਡਾ 'ਚ ਕਹਿੰਦੇ, ਇੰਨੀ ਇੰਗਲੈਂਡ ਵਿੱਚ ਕਹਿੰਦੇ ਆ। ਪੈਸਾ ਗਿਣਨਾ ਹੋਵੇ ਸਿੱਖਾਂ ਦੇ ਕੋਲ, ਜਾਨੀ ਜਿਹੜੇ ਬੰਦੇ 10 ਸਾਲ ਤੋਂ 15 ਸਾਲ ਤੋਂ ਪੁਰਾਣੇ 2-2 3-3 ਘਰ ਤਾਂ ਹਰੇਕ ਮਹਿਲਾਂ ਵਰਗੇ ਘਰ ਆ ਉੱਥੇ। ਹਾਂਜੀ ਹਾਂਜੀ, ਠੀਕ ਹੈ, ਵੱਧ ਤੋਂ ਵੱਧ ਪਹੁੰਚ ਸਾਡੀ ਇਹ ਆ ਵੀ ਕੋਈ ਬੰਦਾ ਭਗਵੰਤ ਮਾਨ ਆਗਾ ਉੱਥੇ ਕਹਿ ਦੇਵੇ ਵੀ ਮੈਂ ਵੋਟਾਂ 'ਚ ਖੜਾ ਹੋਣਾ, ਤੇ ਉਹਨੂੰ ਪੈਸੇ ਇਕੱਠੇ ਕਰਕੇ ਜਹਾਜ਼ ਭਰ ਕੇ ਇੰਡੀਆ ਚੱਲ ਜਾਾਂਗੇ ਅਸੀਂ ਬਸ। ਤੇ ਚਲੋ, ਜਿਹੜੀ ਆਪਣੀ ਮਤਲਬ ਗੱਲ ਸ਼ੁਰੂ ਹੋਈ ਸੀ ਜੀ, ਮੈਂ ਉੱਥੇ ਹੀ ਕਲੋਜ਼ ਕਰਾਂਗਾ, ਤੁਹਾਡੇ ਫੋਨ ਬਿਜ਼ੀ ਹੋਣਗੇ, ਕਿਉਂਕਿ ਤੁਸੀਂ ਰਾਤ ਇਹ ਕਹਿੰਦੇ ਸੀ ਵੀ ਜੱਟਾਂ ਨੂੰ ਸਮਝ ਨਹੀਂ ਹੈ ਬਹੁਤੀ ਜੀ। ਤੇ ਮੈਂ ਤੁਹਾਡੇ ਨਾਲ ਐਗਰੀ ਕਰਦਾ, ਕਿਉਂਕਿ ਮੈਂ ਦੂਜੀ ਕਮਿਊਨਿਟੀਜ਼ 'ਚ ਬਹੁਤ ਦੋਸਤ ਮਿੱਤਰ ਸੀਗੇ, ਤੇ ਉਹ ਕਹਿੰਦੇ ਸੀ ਵੀ ਜੇ ਜੱਟ ਤੇ ਇੱਕ ਦੂਜੀ ਬਰਾਦਰੀ ਜਿਹੜੀ ਤੁਸੀਂ ਕਹਿੰਦੇ ਸੀ, ਇਹ ਦੋਨੇ ਨਾ ਹੁੰਦੇ ਤਾਂ ਕੰਮ ਬੰਦਿਆਂ ਨੂੰ ਕਰਨਾ ਪੈਣਾ ਸੀ। ਕੱਲ ਨਾ ਇੱਕ ਵੀਰ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਿਆ, ਮੈਂ ਦੇਖਿਆ ਬਾਅਦ ਵਿੱਚ। ਹਾਂਜੀ, ਉਹ ਕਹਿੰਦੇ ਵੀ ਉੱਥੇ ਕਿਸੇ ਨੇ ਗੱਲ ਸੁਣਾਈ ਵੀ ਪਿੰਡ ਦੀ ਪੰਚਾਇਤ ਦੇ ਵਿੱਚ ਇੱਕ ਜੱਟ ਪੰਚ ਸੀਗਾ। ਹਾਂਜੀ, ਇੱਕ ਦਿਨ ਕਿਤੇ ਉਹ ਹੈ ਨਹੀਂ ਸੀ। ਹਾਂਜੀ, ਕੋਈ ਘਟਨਾ ਹੋ ਗਈ, ਪੰਚਾਇਤ ਕਰਨੀ ਸੀ। ਹਾਂਜੀ, ਵਿੱਚੋਂ ਕਿਸੇ ਨੇ ਕਿਹਾ ਵੀ ਫਲਾਨਾ ਹੈ ਨਹੀਂ। ਹਾਂਜੀ, ਉਹ ਕਹਿੰਦੇ ਨਾਲ ਛੱਪੜ ਸੀਗਾ ਜਿੱਥੇ ਬੈਠੇ ਸੀ, ਪੰਚਾਇਤ ਘਰ ਸੀਗਾ। ਹਾਂਜੀ, ਉੱਥੇ ਵੱਡਾ ਸਾਰਾ ਡਲਾ ਪਿਆ ਸੀ ਏਦਾਂ। ਉਹ ਕਹਿੰਦੇ ਉਹ ਲਿਆ ਕੇ ਰੱਖ ਲਓ, ਉਹਨੂੰ ਕਹਿ ਦਿਓ ਵੀ ਇਹ ਪੰਚ ਆ।
ਮਤਲਬ ਇਹ ਪੇ ਬੋਲਣ ਕੋਈ ਸੁਝਾਅ ਥੋੜੀ ਦੇਣਾ ਆ। ਨਹੀਂ, ਉਹਦੇ 'ਚ ਇੱਕ ਹੋਰ ਮਾਨਸਿਕਤਾ ਹੈ ਜੀ ਵੀ ਇਹਨਾਂ ਨੇ ਜਿਹੜਾ ਕੰਮ ਐਸਟੈਬਲਿਸ਼ਡ ਹੈ ਉਹਨੂੰ ਦੱਬਣਾ ਹੈ ਤੇ ਉਹਨੂੰ ਫਿਰ ਆਪਣੇ ਹਿਸਾਬ ਨਾਲ ਡਿਸਟੋਰਟ ਕਰਕੇ ਫੇਲ ਕਰ ਦੇਣਾ। ਕਿਸੇ ਵੀ ਸਿਸਟਮ 'ਚ ਦੇਖ ਲਿਓ, ਤੁਹਾਡੇ ਪ੍ਰੋਗਰਾਮ 'ਚ ਇੱਕ ਵਾਰੀ ਬੰਦੇ ਨੇ ਸ਼ੁਰੂ ਕੀਤਾ ਸੀ ਵੀ ਪਹਿਲਾਂ ਜ਼ਿਮੀਂਦਾਰ ਤੋਂ ਟੀਚਰ ਬਣੇ, ਟੀਚਰਾਂ ਤੋਂ ਡਾਕਟਰ ਇੰਜੀਨੀਅਰ ਬਣੇ, ਫਿਰ IAS ਬਣੇ, ਪੋਲੀਟੀਸ਼ੀਅਨ ਬਣੇ, ਫਿਰ ਬਾਹਰ ਆ ਗਏ, ਲੀਕਰ ਕਰ ਲਏ, ਪੰਜਾਬ 'ਚ ਆੜਤਾਂ ਹੋ ਗਈਆਂ, ਜਾਣੀ ਕਰਦੇ ਕਰਾਉਂਦੇ ਹਰ ਇੱਕ ਚੀਜ਼ ਫੇਲ ਕੀਤੀ ਹੈ।